Hello students, this is the first chapter from the new book of English and chapter's name is Value of Money. इस चैप्टर 'ਚ ਸਭ ਤੋਂ ਪਹਿਲਾਂ ਕੀ ਲਿਖਿਆ ਪ੍ਰੀ ਰੀਡਿੰਗ ਮਤਲਬ ਰੀਡਿੰਗ ਤੋਂ ਪਹਿਲਾਂ डिक्शनरी रेफरेंस लर्निंग न्यू वर्ड्स एक्टिविटी 1 लुक अप द फॉलोइंग वर्ड्स इन अ डिक्शनरी यानी कि नीचे कुछ वर्ड्स ਦਿੱਤੇ ਆ ਇਹਨਾਂ ਨੂੰ ਤੁਸੀਂ ਡਿਕਸ਼ਨਰੀ ਦੇ ਵਿੱਚ ਦੇਖਣਾ ਹੈ You should seek the following information about the words and put them in your words notebook. ਇਹਨਾਂ ਦੇ ਬਾਰੇ ਤੁਸੀਂ ਇਨਫੋਰਮੇਸ਼ਨ ਇਕੱਠੀ ਕਰਨੀ ਹੈ ਤੇ ਆਪਣੀ ਨੋਟਬੁੱਕ ਦੇ ਵਿੱਚ ਇਹਨਾਂ ਵਰਡਸ ਨੂੰ ਲਿਖਣਾ ਹੈ Meaning of the word as used in the lesson, pronunciation and spellings. ਇਹ ਤਿੰਨੋਂ ਚੀਜ਼ਾਂ ਤੁਸੀਂ ਦੇਖਣੀਆਂ ਇਹਦੇ ਵਿੱਚ ਤੇ ਸਭ ਤੋਂ ਪਹਿਲਾਂ ਆ ਜਿਹੜਾ ਟੇਬਲ ਬਣਿਆ ਹੋਇਆ ਇਹਦੇ ਵਿੱਚ ਸਭ ਤੋਂ ਪਹਿਲਾ ਵਰਡ ਹੈ ਪ੍ਰੋਸੈਸਰ ਠੀਕ ਹੈ ਇਹਨੂੰ ਕਿਵੇਂ ਪ੍ਰੋਨਾਊਂਸ ਕਰਨਾ ਪ੍ਰੋਸੈਸਰ ਤਾਂ ਪ੍ਰੋਸੈਸਰ ਦਾ ਮਤਲਬ ਕੀ ਹੁੰਦਾ ਪ੍ਰੋਸੈਸਰ ਹੁੰਦਾ ਵਾ ਹਰੇਕ ਕੰਪਿਊਟਰ ਜਾਂ ਆਪਣਾ ਜਿਹੜਾ ਮੋਬਾਈਲ ਹੈ ਉਹ ਵੀ ਛੋਟਾ ਕੰਪਿਊਟਰ ਮੰਨਿਆ ਜਾਂਦਾ ਇਹਦੀ ਸਪੀਡ ਨੂੰ ਇਹਦੇ ਫੰਕਸ਼ਨ ਨੂੰ ਕੰਟਰੋਲ ਕਰਦਾ ਪ੍ਰੋਸੈਸਰ ਠੀਕ ਹੈ ਹਰੇਕ ਗੈਜਟ ਦੇ ਵਿੱਚ ਆਪਣਾ ਆਪਣਾ ਪ੍ਰੋਸੈਸਰ ਹੁੰਦਾ ਹੈ ਸਲੋ ਜਾਂ ਫਾਸਟ ਨੈਕਸਟ ਵਰਡ ਹੈ ਇੰਟਰੀਗ ਯਾਨੀ ਕਿਊਰੀਅਸ ਮਤਲਬ ਕਿਸੇ ਚੀਜ਼ ਦੀ ਜਿਗਿਆਸਾ ਕਿਸੇ ਚੀਜ਼ ਨੂੰ ਹੋਰ ਜਾਣਨ ਦੀ ਇੱਛਾ ਰਿਵਿਊ ਹੁੰਦਾ ਹੈ ਵਿਚਾਰ ਕਿਸੇ ਚੀਜ਼ ਦੇ ਬਾਰੇ ਤੁਹਾਡੇ ਕੀ ਵਿਚਾਰ ਹਨ ਜਿਵੇਂ ਆਪਾਂ ਆਨਲਾਈਨ ਕੁਝ ਖਰੀਦਣਾ ਹੁੰਦਾ ਤਾਂ ਕਸਟਮਰਸ ਦੇ ਰਿਵਿਊਜ਼ ਵੀ ਦੇਖਦੇ ਹੁੰਦੇ ਆ ਕਿ ਉਹਦੇ ਬਾਰੇ ਕੀ ਰਿਵਿਊਜ਼ ਦਿੱਤੇ ਉਹਨਾਂ ਨੇ ਉਸ ਤੋਂ ਬਾਅਦ ਨੈਕਸਟ ਵਰਡ ਆ ਫੀਚਰ ਫੀਚਰ ਮਤਲਬ ਵਿਸ਼ੇਸ਼ਤਾ ਕਿਸੇ ਚੀਜ਼ ਦੀ ਕੀ ਵਿਸ਼ੇਸ਼ਤਾ ਹੈਗੀ ਹੈ ਉਸ ਤੋਂ ਬਾਅਦ ਆਉਂਦਾ ਅਲਟੀਮੇਟ ਵਰਡ ਅਲਟੀਮੇਟ ਮਤਲਬ ਆਖਰੀ ਲਿਮਿਟੇਸ਼ਨਸ ਮਤਲਬ ਉਹਦੀਆਂ ਹੱਦਾਂ ਕਿਸੇ ਚੀਜ਼ ਦੀਆਂ ਲਿਮਿਟੇਸ਼ਨਸ ਹੱਦਾਂ ਉਹਦੀਆਂ ਜਾਂ ਫਿਰ ਕੁਝ ਕਮੀਆਂ ਕੰਜ਼ਿਊਮਰਿਸਟ ਉਹ ਹੁੰਦਾ ਜਿਹਨੂੰ ਚੀਜ਼ਾਂ ਖਰੀਦਣ ਦਾ ਬਹੁਤ ਸ਼ੌਂਕ ਹੁੰਦਾ ਹੈ ਔਬਸੈਸਡ ਜਿਹਦੇ ਅੰਦਰ ਜਨੂੰਨ ਹੋਵੇ ਕਿ ਮੈਨੂੰ ਇਹ ਚੀਜ਼ ਚਾਹੀਦੀ ਹੀ ਚਾਹੀਦੀ ਹੈ ਸਟੋਰੇਜ ਯਾਨੀ ਜਿਵੇਂ ਤੁਹਾਡੇ ਫੋਨ ਦੇ ਵਿੱਚ ਸਟੋਰੇਜ ਹੁੰਦੀ ਹੈ ਸਟੋਰ ਕਰਨ ਦੀ ਕੈਪੈਸਿਟੀ ਜੇ ਫੋਨ 'ਚ ਮੈਮਰੀ ਜ਼ਿਆਦਾ ਓਵਰਲੋਡਡ ਹੋ ਜਾਏ ਤਾਂ ਫੋਨ ਹੈਂਗ ਹੋ ਜਾਂਦਾ ਅਤੇ ਇੱਦਾਂ ਹੀ ਅੱਗੇ ਇਨਵੈਸਟਿੰਗ ਲਿਖਿਆ ਹੋਇਆ ਇਹਦਾ ਮਤਲਬ ਹੁੰਦਾ ਨਿਵੇਸ਼ ਕਰਨਾ ਰੀਡਿੰਗ ਲੈਟ ਅਸ ਰੀਡ ਦ ਸਟੋਰੀ ਨਾਓ ਵੈਲਿਊ ਆਫ ਮਨੀ I was 14 when I learned the value of money. I wanted to get myself a new computer. मैं 14 ਸਾਲਾਂ ਦੀ ਸੀ ਜਦੋਂ ਮੈਂ ਪੈਸਿਆਂ ਦੀ ਇੰਪੋਰਟੈਂਸ ਦੇ ਬਾਰੇ ਸਿੱਖਿਆ ਜਾਂ ਜਾਣਿਆ ਮੈਂ ਆਪਣੇ ਲਈ ਇੱਕ ਕੰਪਿਊਟਰ ਖਰੀਦਣਾ ਚਾਹੁੰਦੀ ਸੀ although ਭਾਵੇਂ there was nothing wrong with the computer I was already using. ਜਿਹੜਾ ਮੈਂ ਆਲਰੇਡੀ ਯੂਜ਼ ਕਰ ਰਹੀ ਸੀ ਕੰਪਿਊਟਰ ਉਹਦੇ ਵਿੱਚ ਕੋਈ ਵੀ ਪ੍ਰੋਬਲਮ ਨਹੀਂ ਸੀ although ਯਾਨੀ ਭਾਵੇਂ It was summer break and I had been watching a lot of TV. ਹੁਣ ਆਪਣਾ ਪਿਛਲੀ ਸਟੋਰੀ ਦੱਸ ਰਹੀ ਹੈ ਕਿ ਕੀ ਹੋਇਆ ਸੀ ਇਹਨੂੰ ਕਿਵੇਂ ਪਤਾ ਚੱਲਿਆ ਮਨੀ ਦੀ ਵੈਲਿਊ ਬਾਰੇ ਅਤੇ ਇਹ ਦੱਸ ਰਹੀ ਹੈ ਕਿ ਮੇਰੀ ਸਮਰ ਬ੍ਰੇਕ ਚੱਲ ਰਹੀ ਸੀ ਅਤੇ ਮੈਂ ਬਹੁਤ ਜ਼ਿਆਦਾ TV ਦੇਖਦੀ ਹੁੰਦੀ ਸੀ ਬ੍ਰੇਕ ਦੇ ਵਿੱਚ ਛੁੱਟੀਆਂ ਦੇ ਵਿੱਚ There was this one advertisement that would pop up on screen all the time. ਅਤੇ ਟੀ ਵੀ ਦੇ ਉੱਤੇ ਇਹ ਇੱਕ ਐਡਵਰਟਾਈਜ਼ਮੈਂਟ ਸੀਗੀ ਐਡ ਆਉਂਦੀ ਸੀਗੀ ਜਿਹਨੂੰ ਕਿ ਪੰਜਾਬੀ 'ਚ ਮਸ਼ਹੂਰੀ ਵੀ ਕਹਿੰਦੇ ਆ ਉਹ ਸਕਰੀਨ 'ਤੇ ਵਾਰੀ ਆਉਂਦੀ ਸੀ ਇਟ ਵਾਜ਼ ਫॉर ਦ ਲੇਟੈਸਟ ਬੈਲ ਕੰਪਿਊਟਰ ਇਹ ਸੀਗੀ ਜਿਹੜਾ ਲੇਟੈਸਟ ਆਇਆ ਸੀ ਟੈਕਨੋਲੋਜੀ ਵਾਲਾ ਬੈਲ ਕੰਪਿਊਟਰ ਉਹਦੀ ਸੀ ਐਡ ਆ ਰਹੀ ਸੀ ਵਾਰੀ ਇਟ ਹੈਡ ਦ ਫਾਸਟੈਸਟ ਪ੍ਰੋਸੈਸਰ ਐਂਡ ਅਨਬਿਲੀਵੇਬਲੀ ਹਾਈ ਸਟੋਰੇਜ ਇਸ ਕੰਪਿਊਟਰ ਦਾ ਫੀਚਰ ਇਹ ਸੀ ਕਿ ਇਹਦੇ ਵਿੱਚ ਫਾਸਟੈਸਟ ਪ੍ਰੋਸੈਸਰ ਸੀਗਾ ਠੀਕ ਹੈ ਇਹਦੇ ਨਾਲ ਕੰਪਿਊਟਰ ਦੀ ਸਪੀਡ ਬਹੁਤ ਸੀਗੀ ਅਤੇ ਅਨਬਿਲੀਵੇਬਲੀ ਹਾਈ ਸਟੋਰੇਜ ਸੀ ਸਟੋਰੇਜ ਬਹੁਤ ਹੀ ਜ਼ਿਆਦਾ ਸੀ ਇਹਦੇ ਵਿੱਚ ਅਮੰਗ ਮੈਨੀ ਅਦਰ ਨਿਊ ਫੀਚਰਸ ਅਤੇ ਹੋਰ ਵੀ ਬੜੇ ਨਵੇਂ ਫੀਚਰਸ ਸੀਗੇ ਹੋਰ ਵਿਸ਼ੇਸ਼ਤਾਵਾਂ ਸੀ ਐਵਰੀ ਟਾਈਮ ਆਈ ਸੌ ਇਟ ਮੈਂ ਜਦੋਂ ਵੀ ਇਸ ਐਡ ਨੂੰ ਦੇਖਦੀ ਆਈ ਵਾਜ਼ ਇੰਟਰੀਗਡ ਮੇਰੇ ਅੰਦਰ ਹੋਰ ਜ਼ਿਆਦਾ ਕਿਊਰੀਓਸਿਟੀ ਪੈਦਾ ਹੁੰਦੀ ਕਿ ਮੈਂ ਇਹਦੇ ਬਾਰੇ ਹੋਰ ਕੁਝ ਪਤਾ ਕਰਾਂ ਆਈ ਵੁੱਡ ਗੋ ਔਨਲਾਈਨ ਮੈਂ ਫਿਰ ਔਨਲਾਈਨ ਹੋ ਜਾਂਦੀ ਸੀ ਐਂਡ ਵਾਚ ਪੀਪਲ ਰਿਵਿਊਇੰਗ ਦਾ ਕੰਪਿਊਟਰ ਫਿਰ ਲੋਕਾਂ ਦੇ ਰਿਵਿਊਜ਼ ਪੜ੍ਹਦੀ ਸੀ ਜਿਹੜੇ ਉਹਨਾਂ ਨੇ ਕੰਪਿਊਟਰ ਦੇ ਬਾਰੇ ਦੱਸੇ ਹੁੰਦੇ ਸੀ ਜਸਟ ਟੂ ਫਾਈਂਡ ਆਊਟ ਸਿਰਫ ਇਹ ਪਤਾ ਕਰਨ ਲਈ ਮੋਰ ਅਬਾਊਟ ਇਟਸ ਫੀਚਰ ਕਿ ਇਹਦੇ ਹੋਰ ਵੀ ਕੁਝ ਕੁਆਲਿਟੀਜ਼ ਪਤਾ ਚੱਲ ਜਾਣ ਆਈ ਵੁੱਡ ਰੀਡ ਆਰਟੀਕਲਸ ਅਬਾਊਟ ਇਟਸ ਫੀਚਰਸ ਇਨ ਟੈਕ ਮੈਗਜ਼ੀਨਸ ਫਿਰ ਉਸ ਤੋਂ ਬਾਅਦ ਮੈਂ ਮੈਗਜ਼ੀਨਸ ਵੀ ਦੇਖਣੀਆਂ ਸ਼ੁਰੂ ਕਰ ਦਿੱਤੀਆਂ ਜਿਹਦੇ ਬਾਰੇ ਨੌਲੇਜ ਮੈਗਜ਼ੀਨਸ ਵਿੱਚ ਇਹਨਾਂ ਚੀਜ਼ਾਂ ਬਾਰੇ ਨੌਲੇਜ ਦਿੱਤੀ ਹੁੰਦੀ ਹੈ ਮੈਂ ਇਹਦੇ ਬਾਰੇ ਪਤਾ ਕਰਨਾ ਸ਼ੁਰੂ ਕਰਤਾ ਇਟ ਅਪੀਅਰਡ ਟੂ ਬੀ ਐਨ ਅਲਟੀਮੇਟ ਕੰਪਿਊਟਰ
while the limitations of my own computer made me unhappy। ਤੇ ਇਹ ਮੇਰੇ ਅੱਗੇ ਇਹੋ ਜਿਹਾ ਕੰਪਿਊਟਰ ਸ਼ੋ ਹੋਇਆ ਮੇਰੇ ਲਈ ਕਿ ਇਹ ਜਿਵੇਂ ਇਹੀ ਇੱਕ ਆਖਰੀ ਕੰਪਿਊਟਰ ਹੋਵੇ ਜਿਹੜਾ ਕਿ ਸਭ ਤੋਂ ਵਧੀਆ ਹੋਏ। ਅਤੇ ਮੇਰੇ ਕੰਪਿਊਟਰ ਦੀ ਜਿਹੜੀ ਲਿਮੀਟੇਸ਼ਨਸ ਸੀਗੀਆਂ, ਜਿਹੜੀਆਂ ਥੋੜ੍ਹੀਆਂ ਕਮੀਆਂ ਰਹਿ ਗਈਆਂ ਸੀ, ਇਸ ਤੋਂ ਘੱਟ ਹੋ ਗਿਆ ਸੀ, ਜਿਹੜਾ ਡਾਊਨਗ੍ਰੇਡ ਹੋ ਗਿਆ ਸੀ ਮੇਰਾ ਕੰਪਿਊਟਰ, ਉਹ ਮੈਨੂੰ ਅਨਹੈਪੀ ਮੇਕ ਕਰ ਰਿਹਾ ਸੀ, ਯਾਨੀ ਮੈਨੂੰ ਨਾਖੁਸ਼ ਕਰ ਰਿਹਾ ਸੀ। ਮੇਰੇ ਕੰਪਿਊਟਰ 'ਚ ਹੁਣ ਮੈਨੂੰ ਕਮੀਆਂ ਦਿਖਣ ਲੱਗ ਗਈਆਂ ਅਤੇ ਉਹ ਕੰਪਿਊਟਰ ਮੈਨੂੰ ਬਹੁਤ ਵਧੀਆ ਲੱਗਣ ਲੱਗ ਗਿਆ। ਬਟ ਮਾਈ ਪੇਰੈਂਟਸ ਰਿਫਿਊਜ਼ਡ ਟੂ ਬਾਏ ਮੀ ਦਾ ਕੰਪਿਊਟਰ। ਲੇਕਿਨ ਮੇਰੇ ਪੇਰੈਂਟਸ ਨੇ ਰਿਫਿਊਜ਼ ਕਰ ਦਿੱਤਾ, ਡਿਨਾਈ ਕਰ ਦਿੱਤਾ, DENY, ਯਾਨੀ ਕਿ ਮਨਾ ਕਰ ਦਿੱਤਾ ਕਿ ਉਹ ਮੈਨੂੰ ਨਵਾਂ ਕੰਪਿਊਟਰ ਨਹੀਂ ਲੈ ਕੇ ਦੇਣਗੇ। ਵੈਨ ਆਈ ਆਸਕ ਦੈਮ ਅਬਾਊਟ ਇਟ, ਜਦੋਂ ਮੈਂ ਉਹਨਾਂ ਤੋਂ ਇਹਦੇ ਬਾਰੇ ਪੁੱਛਿਆ ਤਾਂ ਉਹਨਾਂ ਨੇ ਮਨਾ ਕਰ ਦਿੱਤਾ। ਲੁਕਿੰਗ ਬੈਕ ਨਾਓ, ਹੁਣ ਜਦੋਂ ਮੈਂ ਵਾਪਸ ਉਹਨਾਂ ਦਿਨਾਂ ਬਾਰੇ ਸੋਚਦੀ ਹਾਂ, ਆਈ ਪ੍ਰੋਬੇਬਲੀ ਡਿਡ ਨਾਟ ਈਵਨ ਨੀਡ ਆਲ ਦੋਜ਼ ਐਕਸਟਰਾ ਫੀਚਰਸ। ਅਤੇ ਮੈਂ ਇਹ ਸੋਚਦੀ ਹਾਂ ਕਿ ਸ਼ਾਇਦ ਮੈਨੂੰ ਉਹਨਾਂ ਐਕਸਟਰਾ ਫੀਚਰਸ ਦੀ, ਜਿਹੜੇ ਕੰਪਿਊਟਰ ਦੇ ਐਕਸਟਰਾ ਕੁਆਲਿਟੀਜ਼ ਸੀਗੀਆਂ, ਸ਼ਾਇਦ ਮੈਨੂੰ ਉਹਨਾਂ ਦੀ ਜ਼ਰੂਰਤ ਵੀ ਨਹੀਂ ਸੀਗੀ। ਆਈ ਕੁਡ ਡੂ ਐਵਰੀਥਿੰਗ, ਮੈਂ ਉਹ ਸਭ ਕੁਝ ਕਰ ਸਕਦੀ ਸੀਗੀ। ਆਈ ਵਾਂਟਿਡ ਟੂ ਡੂ ਔਨ ਮਾਈ ਓਨ ਕੰਪਿਊਟਰ, ਜੋ ਮੈਂ ਕਰਨਾ ਚਾਹੁੰਦੀ ਸੀ ਉਹ ਸਭ ਮੈਂ ਆਪਣੇ ਪਹਿਲਾਂ ਵਾਲੇ ਕੰਪਿਊਟਰ 'ਤੇ ਹੀ ਕਰ ਸਕਦੀ ਸੀ, ਵਿਦਾਊਟ ਰਨਿੰਗ ਇਨਟੂ ਐਨੀ ਇਸ਼ੂਜ਼, ਬਿਨਾਂ ਕਿਸੇ ਪ੍ਰੋਬਲਮ ਦੇ। ਬਟ ਦਾ ਕੰਜ਼ਿਊਮਰਿਸਟ ਇਨ ਮੀ, ਲੇਕਿਨ ਮੇਰੇ ਅੰਦਰ ਜਿਹੜਾ ਖਰੀਦਣ ਦਾ ਸ਼ੌਕੀਨ ਇੱਕ ਸੀਗਾ ਬੰਦਾ, ਇਨ ਮੀ ਸੀਮਡ ਟੂ ਥਿੰਕ ਅਦਰਵਾਈਜ਼, ਉਹ ਤਾਂ ਕੁਛ ਹੋਰ ਹੀ ਸੋਚ ਰਿਹਾ ਸੀ। ਜਿਵੇਂ ਆਪਣੇ ਸਾਰਿਆਂ ਅੰਦਰ ਇੱਕ ਇੱਛਾ ਹੁੰਦੀ ਹੈ ਨਾ, ਸਾਨੂੰ ਨਵੀਂ ਨਵੀਂ ਕੋਈ ਚੀਜ਼ ਮਿਲੇ, ਪਹਿਲਾਂ ਨਾਲੋਂ ਵਧੀਆ ਕੋਈ ਚੀਜ਼ ਦਿਖ ਜਾਵੇ ਅਤੇ ਸਾਨੂੰ ਮਿਲ ਜਾਏ ਬਸ। ਅਤੇ ਐਵੇਂ ਦੀ ਜਿਹੜੀ ਫੀਲਿੰਗ ਹੁੰਦੀ ਹੈ, ਉਹਦਾ ਮਤਲਬ ਕਿ ਅਸੀਂ ਕੰਜ਼ਿਊਮਰਿਸਟ ਹਾਂ, ਨਵੀਆਂ ਚੀਜ਼ਾਂ ਖਰੀਦਣ ਦੇ ਸ਼ੌਕੀਨ। ਆਫਟਰ ਅ ਵਾਈਲ ਮਾਈ ਪੇਰੈਂਟਸ ਨੋਟਿਸਡ ਹਾਊ ਓਬਸੈਸਡ ਆਈ ਵਾਜ਼। ਕੁਝ ਸਮੇਂ ਬਾਅਦ ਮੇਰੇ ਪੇਰੈਂਟਸ ਨੇ ਨੋਟਿਸ ਕੀਤਾ ਕਿ ਮੈਂ ਕਿੰਨੀ ਓਬਸੈਸਡ ਹੋਈ ਪਈ ਸੀਗੀ, ਕਿੰਨਾ ਮੇਰੇ ਸਿਰ 'ਤੇ ਜਨੂੰਨ ਚੜ੍ਹਿਆ ਹੋਇਆ ਸੀ ਵਿਦ ਦਿਸ ਨਿਊ ਕੰਪਿਊਟਰ, ਇਸ ਨਵੇਂ ਕੰਪਿਊਟਰ ਨੂੰ ਲੈ ਕੇ। ਸੋ ਦੇ ਡਿਸਾਈਡਡ ਟੂ ਗਿਵ ਮੀ ਅ ਚਾਂਸ ਟੂ ਅਰਨ ਇਟ। ਇਸ ਲਈ ਉਹਨਾਂ ਨੇ ਫੈਸਲਾ ਕੀਤਾ ਕਿ ਉਹ ਮੈਨੂੰ ਇੱਕ ਮੌਕਾ ਦੇਣਗੇ ਇਹਨੂੰ ਕਮਾਉਣ ਦਾ। ਠੀਕ ਹੈ, EARN, ਅਰਨ ਮਤਲਬ ਕਮਾਉਣਾ। ਦੇ ਟੋਲਡ ਮੀ ਇਫ ਆਈ ਸਟਾਰਟਡ ਡੂਇੰਗ ਹਾਊਸ ਚੋਰਸ, ਉਹਨਾਂ ਨੇ ਮੈਨੂੰ ਕਿਹਾ ਕਿ ਜੇ ਮੈਂ ਘਰ ਦੇ ਕੰਮ ਕਰਨੇ ਸ਼ੁਰੂ ਕਰਦਾ, ਹਾਊਸ ਚੋਰਸ ਮਤਲਬ ਘਰ ਦੇ ਕੰਮ, ਦੇ ਵੁੱਡ ਗਿਵ ਮੀ ਮਨੀ ਫੋਰ ਇਟ, ਉਹ ਮੈਨੂੰ ਉਹਦੇ ਲਈ ਪੈਸੇ ਦੇਣਗੇ। ਐਂਡ ਆਈ ਕੁਡ ਸੇਵ ਅਪ ਅੰਟਿਲ ਆਈ ਹੈਡ ਇਨਫ ਟੂ ਬਾਏ ਦਾ ਕੰਪਿਊਟਰ ਔਨ ਮਾਈ ਓਨ। ਅਤੇ ਮੈਂ ਉਹਨਾਂ ਪੈਸਿਆਂ ਨੂੰ ਬਚਾ ਸਕਦੀ ਸੀ ਜਦ ਤੱਕ ਕਿ ਮੈਂ ਖੁਦ ਆਪਣੇ ਆਪ ਕੰਪਿਊਟਰ ਖਰੀਦਣ ਦੇ ਕਾਬਿਲ ਨਹੀਂ ਬਣ ਜਾਂਦੀ। ਇਟ ਸੀਮਡ ਲਾਈਕ ਅ ਗੁੱਡ ਆਈਡੀਆ ਐਂਡ ਆਈ ਜੰਪਡ ਐਟ ਦਾ ਅਪਰਚੁਨਿਟੀ। ਇਹ ਮੈਨੂੰ ਆਈਡੀਆ ਬਹੁਤ ਵਧੀਆ ਲੱਗਿਆ ਅਤੇ ਮੈਂ ਇਸ ਮੌਕੇ ਨੂੰ ਫਟਾਫਟ ਸੰਭਾਲ ਲਿਆ ਅਤੇ ਉਸ ਮੌਕੇ ਨੂੰ ਆਪਣੇ ਹੱਥੋਂ ਜਾਣ ਨਹੀਂ ਦਿੱਤਾ। ਦ ਵੈਰੀ ਨੈਕਸਟ ਡੇ, ਬਿਲਕੁਲ ਅਗਲੇ ਦਿਨ ਹੀ, ਆਈ ਸਟਾਰਟਡ ਵੇਕਿੰਗ ਅਪ ਅਰਲੀ ਟੂ ਮੇਕ ਐਕਸਟਰਾ ਟਾਈਮ ਟੂ ਬੀ ਏਬਲ ਟੂ ਡੂ ਮੋਰ ਚੋਰਸ। ਮੈਂ ਜਲਦੀ ਉੱਠਣਾ ਸ਼ੁਰੂ ਕਰ ਦਿੱਤਾ ਤਾਂ ਕਿ ਮੈਨੂੰ ਹੋਰ ਜ਼ਿਆਦਾ ਐਕਸਟਰਾ ਟਾਈਮ ਮਿਲ ਸਕੇ, ਤਾਂ ਕਿ ਮੈਂ ਜ਼ਿਆਦਾ ਤੋਂ ਜ਼ਿਆਦਾ ਕੰਮ ਕਰਕੇ ਜ਼ਿਆਦਾ ਪੈਸੇ ਕਮਾ ਸਕਾਂ। ਆਈ ਵੁੱਡ ਡੂ ਦ ਡਿਸ਼ਿਜ਼ 3 times a day, ਮੈਂ 3 ਵਾਰੀ ਬਰਤਨ ਮਾਂਜਦੀ ਸੀ। ਟੇਕ ਦਾ ਗਾਰਬੇਜ ਆਊਟ, ਕੂੜਾ ਬਾਹਰ ਲੈ ਕੇ ਜਾਂਦੀ ਸੀ। ਮੋਵ ਦਾ ਲੌਨ ਔਨ ਦਾ ਵੀਕਐਂਡਸ, ਵੀਕਐਂਡ ਦੇ ਜਿਹੜਾ ਵੀਕ ਹੁੰਦਾ ਉਹਦੇ ਐਂਡਸ ਵਾਲੇ ਡੇਜ਼, ਜਿਹੜੇ ਸੈਟਰਡੇ ਸੰਡੇ ਵਾਲੇ ਦਿਨ, ਲੌਨ ਵੀ ਸਾਫ਼ ਕਰ ਦਿੰਦੀ ਸੀ, ਘਾਹ ਵਗੈਰਾ ਕੱਟ ਦਿੰਦੀ ਸੀ। ਕਲੀਨ ਦਾ ਹੋਲ ਹਾਊਸ ਐਂਡ ਵਾਸ਼ ਦਾ ਕਾਰ ਵੈਨ ਐਵਰ ਨੀਡਡ, ਸਾਰਾ ਘਰ ਸਾਫ਼ ਕਰਦੀ ਸੀ ਅਤੇ ਕਾਰ ਵੀ ਵਾਸ਼ ਕਰ ਦਿੰਦੀ ਸੀ ਜਦੋਂ ਵੀ ਜ਼ਰੂਰਤ ਹੁੰਦੀ ਸੀ। ਆਈ ਵਾਜ਼ ਵਰਕਿੰਗ ਟਾਇਰਲੈਸਲੀ ਯਾਨੀ ਅਣਥੱਕ, ਬਿਨਾਂ ਥੱਕੇ ਮੈਂ ਕੰਮ ਕਰ ਰਹੀ ਸੀ, ਐਵਰੀ ਡੇ, ਰੋਜ਼, ਅੰਟਿਲ ਮਾਈ ਹੋਲ ਬੋਡੀ ਵਾਜ਼ ਸੋਰ, ਜਦ ਤੱਕ ਮੇਰਾ ਪੂਰਾ ਸਰੀਰ ਥੱਕ ਨਹੀਂ ਜਾਂਦਾ ਸੀ। ਜਸਟ ਟੂ ਵੇਕ ਅਪ ਦ ਨੈਕਸਟ ਡੇ ਐਂਡ ਡੂ ਇਟ ਅਗੇਨ, ਫਿਰ ਮੈਂ ਆਰਾਮ ਕਰਦੀ ਸੀ ਤਾਂ ਕਿ ਮੈਂ ਅਗਲੇ ਦਿਨ ਫਿਰ ਜਲਦੀ ਤੋਂ ਜਲਦੀ ਉੱਠ ਕੇ ਸਾਰੇ ਕੰਮ ਦੁਬਾਰਾ ਤੋਂ ਸ਼ੁਰੂ ਕਰ ਸਕਾਂ। ਇਵੈਂਚੁਅਲੀ ਆਈ ਗੋਟ ਯੂਜ਼ਡ ਟੂ ਇਟ ਐਂਡ ਇਟ ਬਿਕੇਮ ਈਜ਼ੀਅਰ। ਇਸੇ ਤਰ੍ਹਾਂ ਕਰਦੇ ਹੋਏ ਮੈਂ ਇਹਨਾਂ ਕੰਮਾਂ ਨੂੰ ਕਰਨ ਦੇ ਆਦੀ ਹੋ ਗਈ। ਯੂਜ਼ਡ ਟੂ ਮਤਲਬ ਆਦੀ ਹੋ ਜਾਣਾ, ਮਤਲਬ ਆਦਤ ਪੈ ਜਾਣਾ। ਅਤੇ ਇਹ ਕੰਮ ਮੇਰੇ ਲਈ ਬੜੇ ਹੀ ਈਜ਼ੀ ਹੋ ਗਏ, ਬਹੁਤ ਹੀ ਆਸਾਨ ਲੱਗਣ ਲੱਗ ਗਏ ਮੈਨੂੰ ਸਾਰੇ ਕੰਮ ਕਰਨੇ। ਆਈ ਆਲਸੋ ਗੋਟ ਮੋਰ ਐਫੀਸ਼ੀਐਂਟ ਐਟ ਇਟ, ਅਤੇ ਮੈਂ ਹੋਰ ਜ਼ਿਆਦਾ ਐਫੀਸ਼ੀਐਂਟ ਮਤਲਬ ਮੇਰੇ ਅੰਦਰ ਪਰਫੈਕਸ਼ਨ ਵੀ ਆ ਗਈ ਇਹਨਾਂ ਕੰਮਾਂ ਨੂੰ ਕਰਨ ਲਈ। ਐਂਡ ਸੂਨ ਆਈ ਵਾਜ਼ ਡੂਇੰਗ ਐਵਰੀਥਿੰਗ ਅ ਲੋਟ ਕੁਇਕਰ,
ਤੇ ਜਲਦੀ ਹੀ ਮੈਂ ਸਭ ਕੁਝ ਬਹੁਤ ਜਲਦੀ ਵੀ, ਕੁਇਕਰ ਮਤਲਬ ਬਹੁਤ ਤੇਜ਼ੀ ਨਾਲ ਸਾਰੇ ਕੰਮ ਨਿਬੇੜਨ ਲੱਗ ਪਈ। ਐਜ਼ ਆਈ ਗੋਟ ਕੁਇਕਰ, ਜਿੱਦਾਂ ਹੀ ਮੇਰੇ ਅੰਦਰ ਤੇਜ਼ੀ ਆ ਗਈ, ਆਈ ਸਟਾਰਟਡ ਹੈਵਿੰਗ ਮੋਰ ਫ੍ਰੀ ਟਾਈਮ, ਮੈਂ ਹੋਰ ਜ਼ਿਆਦਾ ਫ੍ਰੀ ਟਾਈਮ ਲੈਣਾ ਸ਼ੁਰੂ ਕਰ ਦਿੱਤਾ, ਯਾਨੀ ਕਿ ਮੈਨੂੰ ਮੋਰ ਫ੍ਰੀ ਟਾਈਮ ਮਿਲਣਾ, ਜ਼ਿਆਦਾ ਫ੍ਰੀ ਟਾਈਮ ਮਿਲਣਾ ਸ਼ੁਰੂ ਹੋ ਗਿਆ। ਐਂਡ ਡਿਡਨਟ ਰੀਅਲੀ ਨੋ ਵਟ ਟੂ ਡੂ ਵਿਦ ਇਟ, ਅਤੇ ਮੈਨੂੰ ਹੁਣ ਪਤਾ ਨਹੀਂ ਚੱਲਦਾ ਸੀ ਕਿ ਮੈਂ ਇਸ ਵਿਹਲੇ ਟਾਈਮ ਦੇ ਵਿੱਚ ਕੀ ਕਰਾਂ। ਪਲੀਜ਼ ਡੈਡ, ਇਜ਼ ਦੇਅਰ ਐਨੀਥਿੰਗ ਐਲਸ ਯੂ ਨੀਡ ਹੈਲਪ ਵਿਦ? ਆਈ ਐਮ ਵਿਲਿੰਗ ਟੂ ਡੂ ਐਨੀਥਿੰਗ, just lay it on me, give me more chores. I remember pleading with dad. ਮੈਨੂੰ ਯਾਦ ਹੈ ਕਿ ਮੈਂ ਆਪਣੇ ਡੈਡ ਨੂੰ ਇੱਦਾਂ ਕਹਿ ਕੇ ਪ੍ਰਾਰਥਨਾ ਕਰਦੀ ਹੁੰਦੀ ਸੀ ਕਿ ਪਲੀਜ਼ ਡੈਡ, ਕਿਸੇ ਹੋਰ ਚੀਜ਼ ਦੀ ਹੈਲਪ ਚਾਹੀਦੀ ਆ ਤਾਂ ਮੈਨੂੰ ਦਿਓ, ਜਸਟ ਲੇ ਇਟ ਔਨ ਮੀ, ਉਹ ਕੰਮ ਮੇਰੇ ਉੱਤੇ ਛੱਡ ਦਿਓ, ਮੈਂ ਆਪੇ ਕਰ ਲਾਂਗੀ, ਕੋਈ ਵੀ ਕੰਮ ਹੋਰ ਦੇ ਦਿਓ ਮੈਨੂੰ। ਅਤੇ ਇੱਦਾਂ ਕਹਿ ਕੇ ਮੈਂ ਆਪਣੇ ਡੈਡ ਨੂੰ ਕਹਿੰਦੀ ਸੀ। ਆਈ ਵਾਜ਼ ਓਬਸੈਸਡ, ਮੈਂ ਪੂਰੀ ਤਰ੍ਹਾਂ ਓਬਸੈਸਡ ਹੋ ਚੁੱਕੀ ਸੀ ਕਿ ਮੈਨੂੰ ਕੰਪਿਊਟਰ ਚਾਹੀਦਾ ਹੀ ਹੈ, ਪੂਰੀ ਲਗਨ ਲੱਗੀ ਹੋਈ ਸੀ ਕਿ ਪੈਸੇ ਕਮਾਵਾਂ, ਜਲਦੀ ਕੰਪਿਊਟਰ ਲੈ ਕੇ ਆਵਾਂ ਪੈਸੇ ਇਕੱਠੇ ਕਰਕੇ। ਐਨੀ ਫ੍ਰੀ ਟਾਈਮ ਆਈ ਹੈਡ, ਆਈ ਵਾਂਟਡ ਟੂ ਫਿਲ ਇਟ ਵਿਦ ਮੋਰ ਵਰਕ। ਮੈਨੂੰ ਜਿੰਨਾ ਵੀ ਫ੍ਰੀ ਟਾਈਮ ਐਕਸਟਰਾ ਮਿਲਦਾ ਸੀ, ਮੈਂ ਹੋਰ ਜ਼ਿਆਦਾ ਕੰਮ ਕਰਕੇ ਅਤੇ ਪੈਸੇ ਉਹਦੇ ਲਈ ਜਾ ਰਹੀ ਸੀ, ਐਂਡ ਮੋਰ ਮਨੀ, ਯਾਨੀ ਜ਼ਿਆਦਾ ਪੈਸੇ ਲਈ ਜਾ ਰਹੀ ਸੀ। ਸਿੰਸ ਦ ਸਮਰ ਬ੍ਰੇਕ ਵਾਜ਼ ਆਲਮੋਸਟ ਓਵਰ and I knew I would have less time once I started going to school again. ਤੇ ਕਿਉਂਕਿ ਸਮਰ ਬ੍ਰੇਕ ਜਿਹੜੀ ਸੀਗੀ ਉਹਦੀ ਆਲਮੋਸਟ ਲਗਭਗ ਓਵਰ ਹੋਣ ਵਾਲੀ ਸੀ, ਖਤਮ ਹੋਣ ਵਾਲੀ ਸੀ, ਇਸ ਲਈ ਉਹਨੂੰ ਇਹ ਹੁਣ ਅਹਿਸਾਸ ਹੋਣ ਲੱਗ ਗਿਆ ਕਿ ਜੇ ਹੁਣ ਸਕੂਲ ਜਾਣਾ ਸ਼ੁਰੂ ਕਰਤਾ ਤਾਂ ਟਾਈਮ ਘੱਟ ਮਿਲੂਗਾ ਕੰਮ ਕਰਨ ਦਾ, ਅਤੇ ਕੰਮ ਘੱਟ ਹੋਏਗਾ ਤਾਂ ਪੈਸੇ ਵੀ ਘੱਟ ਹੋਣਗੇ। ਸੋ ਆਈ ਵਾਂਟਡ ਟੂ ਵਰਕ ਐਜ਼ ਮਚ ਐਜ਼ ਪੋਸੀਬਲ ਡਿਊਰਿੰਗ ਦਾ ਬ੍ਰੇਕ, ਇਸ ਲਈ ਜਿੰਨਾ ਹੋ ਸਕੇ ਓਨਾ ਜ਼ਿਆਦਾ, ਐਜ਼ ਮਚ ਓਨਾ ਜ਼ਿਆਦਾ, ਐਜ਼ ਪੋਸੀਬਲ ਜਿੰਨਾ ਹੋ ਸਕੇ, ਜਿੰਨਾ ਪੋਸੀਬਲ ਹੋ ਸਕੇ, ਉਸ ਬ੍ਰੇਕ ਦੇ ਦੌਰਾਨ ਯਾਨੀ ਦੌਰਾਨ ਜਿੰਨਾ ਜ਼ਿਆਦਾ ਵਰਕ ਹੋ ਸਕੇ ਉਹ ਕਰਨਾ ਚਾਹੁੰਦੀ ਸੀਗੀ। It took me a few months, but I eventually saved up enough to buy myself the Bell computer. ਮੈਨੂੰ ਕੁਝ ਮਹੀਨੇ ਲੱਗੇ ਕਿਉਂਕਿ ਪੈਸੇ ਕਾਫੀ ਜ਼ਿਆਦਾ ਇਕੱਠੇ ਕਰਨੇ ਪੈਂਦੇ ਕੰਪਿਊਟਰ ਲੈਣ ਲਈ, ਇੱਕ ਮਹੀਨੇ ਵਿੱਚ ਤਾਂ ਇਕੱਠੇ ਨਹੀਂ ਹੁੰਦੇ ਛੋਟੇ ਕੰਮ ਕਰਕੇ, ਅਤੇ ਕੁਛ ਮਹੀਨੇ ਲੱਗ ਗਏ ਇੱਦਾਂ ਹੀ ਕਰਦੇ ਹੋਏ। ਲੇਕਿਨ ਆਖਿਰਕਾਰ ਮੈਂ ਆਪਣੇ ਆਪ ਨੂੰ ਰੈਡੀ ਕਰ ਲਿਆ, ਇੰਨੇ ਕੁ ਪੈਸੇ ਮੈਂ ਇਕੱਠੇ ਕਰ ਲਏ ਕਿ ਮੈਂ ਬੈਲ ਕੰਪਿਊਟਰ ਆਪਣੇ ਲਈ ਲੈ ਸਕਾਂ। ਇਟ ਵਾਜ਼ ਅ ਵੀਕ ਬਿਫੋਰ ਮਾਈ ਬਰਥਡੇ, ਅਤੇ ਮੇਰੇ ਬਰਥਡੇ ਤੋਂ ਪਹਿਲਾਂ ਇੱਕ ਹਫ਼ਤਾ ਪਹਿਲਾਂ ਦੀ ਗੱਲ ਹੈ। ਐਂਡ ਆਈ ਵੈਂਟ ਟੂ ਦਾ ਬੈਲ ਸੈਂਟਰ ਟੂ ਪਲੇਸ ਐਨ ਆਰਡਰ, ਅਤੇ ਮੈਂ ਬੈਲ ਸੈਂਟਰ ਦੇ ਵਿੱਚ ਚਲੀ ਗਈ, ਬੈਲ ਕੰਪਿਊਟਰ ਦੇ ਸੈਂਟਰ ਯਾਨੀ ਉਸ ਸ਼ਾਪ ਦੇ ਵਿੱਚ ਚਲੀ ਗਈ ਆਰਡਰ ਦੇਣ ਲਈ। ਆਈ ਨਿਊ, ਮੈਨੂੰ ਪਤਾ ਸੀ, ਇਟ ਵੁੱਡ ਟੇਕ ਐਟਲੀਸਟ ਅ ਵੀਕ, ਕਿ ਇੱਕ ਹਫ਼ਤਾ ਲੱਗ ਜਾਏਗਾ ਘੱਟੋ ਘੱਟ, ਫੋਰ ਦ ਸਟੋਰ ਵਾਲਿਆਂ ਦੇ ਲਈ, ਟੂ ਗੈਟ ਇਟ ਇਨ ਕੇਸ ਇਟ ਵਾਜ਼ ਆਊਟ ਆਫ ਸਟਾਕ, ਜੇ ਇਹ ਆਊਟ ਆਫ ਸਟਾਕ ਹੋ ਗਿਆ ਹੋਇਆ ਕੰਪਿਊਟਰ, ਨਾ ਅਵੇਲੇਬਲ ਹੋਇਆ, ਤਾਂ ਘੱਟੋ ਘੱਟ ਇੱਕ ਹਫ਼ਤਾ ਲੱਗ ਜਾਊਗਾ ਉਹਨਾਂ ਨੂੰ ਅਵੇਲੇਬਲ ਕਰਾਉਣ ਲਈ। I walked in and went straight to the employee. ਮੈਂ ਕੰਪਿਊਟਰ ਦੀ ਸ਼ਾਪ ਦੇ ਅੰਦਰ ਚਲੀ ਗਈ ਅਤੇ ਸਿੱਧਾ ਜਾ ਕੇ ਉਸ ਐਮਪਲੋਈ ਕੋਲ ਗਈ, ਸਿਟਿੰਗ ਬਿਹਾਈਂਡ ਦਾ ਫਰੰਟ ਡੈਸਕ, ਜਿਹੜਾ ਕਿ ਫਰੰਟ ਡੈਸਕ ਦੇ ਸੀਟ 'ਤੇ ਬੈਠਾ ਸੀਗਾ, ਟੂ ਆਸਕ ਇਫ ਦ ਕੰਪਿਊਟਰ ਵਾਜ਼ ਅਵੇਲੇਬਲ, ਅਤੇ ਮੈਂ ਉਹ ਤੋਂ ਇਹ ਪੁੱਛਣ ਲਈ ਚਲੀ ਗਈ ਕਿ ਕੀ ਕੰਪਿਊਟਰ ਅਵੇਲੇਬਲ ਸੀਗਾ ਜਾਂ ਨਹੀਂ। ਓ ਯੂ ਡੋਂਟ ਨੀਡ ਟੂ ਬਾਏ ਦੈਟ ਵਨ, ਤੁਹਾਨੂੰ ਉਹ ਕੰਪਿਊਟਰ ਖਰੀਦਣ ਦੀ ਜ਼ਰੂਰਤ ਨਹੀਂ ਹੈ, ਵੀ ਹੈਵ ਅਨਦਰ ਵਨ ਕਮਿੰਗ ਆਊਟ ਸੂਨ, ਸਾਡੇ ਕੋਲ ਤਾਂ ਇੱਕ ਹੋਰ ਕੰਪਿਊਟਰ ਨਵਾਂ ਆ ਰਿਹਾ ਹੈ ਬੜੀ ਜਲਦੀ। ਇਟ ਇਜ਼ ਈਵਨ ਫਾਸਟਰ ਐਂਡ ਹੈਜ਼ ਡਬਲ ਦ ਸਟੋਰੇਜ, ਹੀ ਸੈਡ। ਉਸ ਬੰਦੇ ਨੇ ਕਿਹਾ ਕਿ ਜਿਹੜਾ ਨਵਾਂ ਕੰਪਿਊਟਰ ਆਏਗਾ ਨਾ, ਇਹ ਉਹਦੇ ਨਾਲੋਂ ਵੀ ਬੈਲ ਦੇ ਜਿਹੜਾ ਹੁਣ ਕੰਪਿਊਟਰ ਤੁਸੀਂ ਲੈਣ ਆਏ ਹੋ ਉਹਦੇ ਨਾਲੋਂ ਵੀ ਫਾਸਟਰ ਹੈ, ਜ਼ਿਆਦਾ ਫਾਸਟ ਹੈ, ਅਤੇ ਉਹਦੀ ਸਟੋਰੇਜ ਵੀ ਡਬਲ ਹੈ ਉਹਦੇ ਨਾਲੋਂ। I got excited for a bit before he told me how much it would cost. ਥੋੜ੍ਹੀ ਦੇਰ ਲਈ ਤਾਂ ਮੈਂ ਬਹੁਤ ਜ਼ਿਆਦਾ ਐਕਸਾਈਟਿਡ ਹੋ ਗਈ ਸੀ, ਬਹੁਤ ਖੁਸ਼ ਹੋ ਗਈ ਸੁਣ ਕੇ ਕਿ ਉਹ ਇੱਕ ਹੋਰ ਵਧੀਆ ਕੰਪਿਊਟਰ ਆ ਗਿਆ, ਉਹ ਵੀ ਡਬਲ ਸਟੋਰੇਜ ਵਾਲਾ ਅਤੇ ਜ਼ਿਆਦਾ ਫਾਸਟ। ਲੇਕਿਨ ਜਦੋਂ ਉਹਨੇ ਮੈਨੂੰ ਪ੍ਰਾਈਸ ਦੱਸੀ, ਹਾਊ ਮਚ ਇਟ ਵੁੱਡ ਕੋਸਟ, ਉਦੋਂ ਮੇਰੀ ਐਕਸਾਈਟਮੈਂਟ ਖਤਮ ਹੋ ਗਈ। ਆਈ ਰੀਅਲਾਈਜ਼ਡ, ਮੈਨੂੰ ਅਹਿਸਾਸ ਹੋਇਆ, ਆਈ ਵੁੱਡ ਨੀਡ ਅਨਦਰ 2 months ਆਫ ਡੂਇੰਗ ਚੋਰਸ ਟੂ ਬੀ ਏਬਲ ਟੂ ਅਫੋਰਡ ਇਟ। ਕਹਿੰਦੀ ਕਿ ਮੈਨੂੰ ਅਹਿਸਾਸ ਹੋਇਆ ਕਿ ਮੈਨੂੰ 2 ਮਹੀਨੇ ਹੋਰ ਕੰਮ ਕਰਨਾ ਪੈਣਾ ਵਾ,
ਇਹਦੇ ਲਈ ਪੈਸੇ ਇਕੱਠੇ ਕਰਨ ਲਈ, ਕਿਉਂਕਿ ਉਹ ਹੋਰ ਜ਼ਿਆਦਾ ਮਹਿੰਗਾ ਸੀ। That is when I realized how fast technology changes. ਇਹੀ ਉਹ ਮੌਕਾ ਸੀ ਜਦੋਂ ਮੈਨੂੰ ਇਹ ਅਹਿਸਾਸ ਹੋਇਆ ਕਿ ਟੈਕਨੋਲੋਜੀ ਤਾਂ ਬੜੀ ਜਲਦੀ ਜਲਦੀ ਚੇਂਜ ਹੁੰਦੀ ਆ। ਹਜੇ ਕੁਛ ਮਹੀਨੇ ਪਹਿਲਾਂ ਬੈਲ ਦਾ ਕੰਪਿਊਟਰ ਆਇਆ ਸੀਗਾ, ਠੀਕ ਹੈ, ਨਵਾਂ ਵਾਲਾ ਲੇਟੈਸਟ ਕੰਪਿਊਟਰ ਆਇਆ ਸੀ, ਅਤੇ ਥੋੜ੍ਹੇ ਮਹੀਨੇ ਬਾਅਦ 5-6 ਮਹੀਨਿਆਂ ਬਾਅਦ ਹੀ ਉਹ ਕਹਿੰਦੇ ਕਿ ਇੱਕ ਹੋਰ ਨਵਾਂ ਆ ਗਿਆ। ਅਤੇ ਉਹਨੂੰ ਅਹਿਸਾਸ ਹੋਇਆ ਕਿ ਟੈਕਨੋਲੋਜੀ ਇੰਨੀ ਤੇਜ਼ੀ ਨਾਲ ਚੇਂਜ ਹੁੰਦੀ, ਜੇ ਮੈਂ ਇਹ ਵੀ ਖਰੀਦ ਲਿਆ ਤਾਂ ਇੱਕ ਹੋਰ ਨਵਾਂ ਮਾਡਲ ਆ ਜਾਏਗਾ ਅਤੇ ਇਹ ਵਾਲਾ ਮਾਡਲ ਵੀ ਮੇਰਾ ਡਾਊਨਗ੍ਰੇਡ ਹੋ ਜਾਏਗਾ। And no matter how good a machine is, there will always be a better, faster model in the market. ਕਹਿੰਦੀ ਕੋਈ ਫ਼ਰਕ ਨਹੀਂ ਪੈਂਦਾ, no matter, ਕੋਈ ਫ਼ਰਕ ਨਹੀਂ ਪੈਂਦਾ ਕਿ ਤੁਹਾਡੇ ਕੋਲ ਜਿਹੜੀ ਵੀ ਮਸ਼ੀਨ ਹੈ, ਭਾਵੇਂ ਕੰਪਿਊਟਰ ਹੈ, ਭਾਵੇਂ ਕੋਈ ਵੀ ਮਸ਼ੀਨ ਤੁਸੀਂ ਖਰੀਦੀ ਹੈ, ਉਹ ਕਿੰਨੀ ਕੁ ਵਧੀਆ ਹੋਵੇ, ਉਹਦੇ ਨਾਲੋਂ ਵਧੀਆ ਮਾਡਲ ਆ ਹੀ ਜਾਣਾ ਹੈ ਮਾਰਕੀਟ ਦੇ ਵਿੱਚ। ਬਿਫੋਰ ਯੂ ਫੁਲੀ ਗੈਟ ਯੂਜ਼ ਟੂ ਦਾ ਵਨ ਯੂ ਜਸਟ ਗੋਟ, ਇਸ ਤੋਂ ਪਹਿਲਾਂ ਕਿ ਤੁਸੀਂ ਜਿਹੜੀ ਆਪਣੀ ਪਹਿਲਾਂ ਦੀ ਖਰੀਦੀ ਹੋਈ ਮਸ਼ੀਨ ਹੈ ਉਹਨੂੰ ਪੂਰੀ ਤਰ੍ਹਾਂ ਯੂਜ਼ ਕਰਨਾ ਸਿੱਖੋ, ਉਸ ਤੋਂ ਪਹਿਲਾਂ ਹੀ ਇੱਕ ਹੋਰ ਨਵਾਂ ਮਾਡਲ ਮਾਰਕੀਟ 'ਚ ਆ ਚੁੱਕਿਆ ਹੁੰਦਾ ਹੈ। ਆਈ ਡਿਸਾਈਡਡ, ਫਿਰ ਮੈਂ ਫੈਸਲਾ ਕੀਤਾ, ਦੈਟ ਵੈਰੀ ਮੂਮੈਂਟ, ਉਸ ਵੈਰੀ ਮੂਮੈਂਟ ਵਿੱਚ, ਮਤਲਬ ਉਸ ਖਾਸ ਪਲ ਦੇ ਵਿੱਚ ਮੈਂ ਫੈਸਲਾ ਕੀਤਾ, ਨਾਟ ਟੂ ਬਾਏ ਦਾ ਕੰਪਿਊਟਰ, ਕਿ ਮੈਂ ਕੰਪਿਊਟਰ ਨਹੀਂ ਖਰੀਦਾਂਗੀ। ਸਿੰਸ ਆਈ ਡਿਡਨਟ ਵਾਂਟ ਟੂ ਸਪੈਂਡ ਮਾਈ ਹਾਰਡ ਅਰਨਡ ਮਨੀ, ਕਿਉਂਕਿ ਮੈਂ ਆਪਣਾ ਹਾਰਡ ਅਰਨਡ, ਸਖਤ ਮਿਹਨਤ ਕਰਕੇ ਜਿਹੜਾ ਪੈਸਾ ਕਮਾਇਆ ਸੀ ਉਹਨੂੰ ਇੱਦਾਂ ਹੀ ਸਪੈਂਡ ਨਹੀਂ ਕਰਾਂਗੀ ਔਨ ਸਮਥਿੰਗ, ਐਸੀ ਚੀਜ਼ ਦੇ ਉੱਤੇ ਦੈਟ ਵੁੱਡ ਗੋ ਡਾਊਨ ਇਨ ਵੈਲਿਊ ਵਿਦਇਨ ਨੋ ਟਾਈਮ, ਜਿਹੜੀ ਕਿ ਵਿਦਇਨ ਨੋ ਟਾਈਮ ਮਤਲਬ ਕੁਛ ਜ਼ਿਆਦਾ ਖਾਸ ਟਾਈਮ ਨਹੀਂ ਹੁੰਦਾ, ਪਹਿਲਾਂ ਹੀ ਡਾਊਨ ਹੋ ਜਾਂਦੀ ਹੈ ਵੈਲਿਊ ਦੇ ਵਿੱਚ। ਆਈ ਐਂਡਡ ਅਪ ਇਨਵੈਸਟਿੰਗ ਆਲ ਆਫ ਇਟ ਇਨ ਅ ਸੇਵਿੰਗਸ ਅਕਾਊਂਟ, ਫਿਰ ਮੈਂ ਜਿਹੜਾ ਪੈਸਾ ਕਮਾਇਆ ਸੀ ਉਹਦੇ ਲਈ ਮੈਂ ਇਹ ਡਿਸਾਈਡ ਕੀਤਾ ਕਿ ਮੈਂ ਆਪਣੇ ਸੇਵਿੰਗਸ ਅਕਾਊਂਟ ਦੇ ਵਿੱਚ ਉਹਨੂੰ ਜਮ੍ਹਾਂ ਕਰਾ ਦਾਂਗੀ ਬੈਂਕ ਦੇ ਵਿੱਚ। ਦਿਸ ਇਜ਼ ਹਾਊ ਆਈ ਲਰਨ ਦਾ ਵੈਲਿਊ ਆਫ ਮਨੀ। ਇਸ ਤਰ੍ਹਾਂ ਮੈਂ ਪੈਸੇ ਦੀ ਇੰਪੋਰਟੈਂਸ ਨੂੰ ਸਮਝਿਆ ਕਿ ਪੈਸੇ ਨੂੰ ਸੰਭਾਲ ਕੇ ਰੱਖਣਾ ਚਾਹੀਦਾ। ਚੀਜ਼ਾਂ ਤਾਂ ਨਵੀਆਂ ਤੋਂ ਨਵੀਆਂ ਆਉਂਦੀਆਂ ਹੀ ਰਹਿੰਦੀਆਂ ਹੈ, ਜੋ ਤੁਹਾਡੇ ਕੋਲ ਹੈਗਾ ਉਹਦੇ ਨਾਲ ਸੈਟਿਸਫਾਈਡ ਰਹੋ। ਅਤੇ ਇਸ ਸਟੋਰੀ ਦੀ ਨਰੇਟਰ ਕੌਣ ਹੈ? ਵੰਦਨਾ ਲੁਨਿਆਲ, ਠੀਕ ਹੈ, ਓਕੇ।